ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇ ਪ੍ਰੋਗਰਾਮ ਸਿੱਧੇ ਸਵਾਲ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸਿਆਸੀ ਮਾਹਿਰ ਪ੍ਰੋਫੈਸਰ ਰਾਣਾ ਸਿੰਘ ਧਾਲੀਵਾਲ। ਡਾਕਟਰ ਸਾਹਿਬ ਜੀ ਆਇਆਂ। ਧੰਨਵਾਦ ਜੀ। ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਤੁਹਾਡੇ ਰਾਹੀਂ ਜੀ। ਡਾਕਟਰ ਸਾਹਿਬ ਕੋਈ ਭੂਮਿਕਾ ਨਹੀਂ ਬੰਨਣੀ, ਗੱਲ ਕਿਸਾਨੀ ਅੰਦੋਲਨ ਦੀ ਕਰਨੀ ਹੈ। ਕੀ ਸਥਿਤੀ ਹੈ ਹੁਣ ਸਿੰਘੂ ਬਾਰਡਰ ਤੇ? ਗੱਲ ਚੱਲ ਰਹੀ ਸੀ ਆਉਣ ਜਾਣ ਪਿੱਛੇ ਕਿ ਜਥੇਬੰਦੀਆਂ ਆ ਸਕਦੀਆਂ ਨੇ, ਕੀ ਫੈਸਲੇ ਲਏ ਗਏ ਨੇ, ਕਿਵੇਂ ਦਾ ਹੁਣ ਅੱਗੇ ਦਾ ਪੂਰਾ ਕਾਰਜ ਜਥੇਬੰਦੀਆਂ ਦਾ ਕਿਵੇਂ ਦਾ ਹੋਊਗਾ? ਮੈਨੂੰ ਭੰਗੂ ਸਾਹਿਬ ਇਹ ਲੱਗਦਾ ਹੈ ਕਿ ਜਦੋਂ ਵੀ ਇਸ ਤਰ੍ਹਾਂ ਦੇ ਅੰਦੋਲਨ ਸਮਾਪਤ ਹੁੰਦੇ ਨੇ ਜੀ, ਜੇ ਤਾਂ ਇਹ ਅੰਦੋਲਨ ਦੋਵੇਂ ਧਿਰਾਂ ਦੇ ਪਬਲਿਕ 'ਚ ਬੈਠ ਕੇ ਸਮਾਪਤ ਹੁੰਦੇ ਜੀ, ਫਿਰ ਤਾਂ ਪਬਲਿਕ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਂਦਾ ਹੈ ਕਿ ਉਹ ਵੀ ਦੋਵੇਂ ਧਿਰਾਂ ਦੱਸ ਦਿੰਦੀਆਂ ਨੇ ਕਿ ਸਾਡੇ ਵਿੱਚ ਅੰਦਰ ਖਾਤੇ ਗੱਲ ਕੀ ਹੋਈ ਹੈ। ਸੋ ਅੰਦੋਲਨ ਚਲਾਉਣਾ ਆਪਦੇ ਆਪ 'ਚ ਇੱਕ ਬਹੁਤ ਵੱਡਾ ਹੀ ਚੈਲੰਜ ਹੁੰਦਾ ਜੀ। ਸਪੈਸ਼ਲੀ ਐਡਾ ਵੱਡਾ ਅੰਦੋਲਨ ਚਲਾਉਣਾ ਉਹ ਵੱਡਾ ਚੈਲੰਜ ਸੀਗਾ, ਔਰ ਉਹਦੇ ਵਿੱਚ ਲੋਕਾਂ ਦਾ ਆਪ ਮੁਹਾਰੇ ਜਾਣਾ, ਸਾਰੀਆਂ ਜਥੇਬੰਦੀਆਂ ਦੇ ਇੱਕ ਉੱਤੇ ਵੱਡਾ ਪ੍ਰੈਸ਼ਰ ਸੀ ਕਿ ਜਥੇਬੰਦੀਆਂ ਇੱਧਰ ਉੱਧਰ ਨਾ ਜਾ ਸਕਣ। ਦੂਸਰਾ, ਏਕਤਾ ਜਿਹੜੀ ਹੋਈ ਸੀ ਉਹ ਅੰਦੋਲਨ ਦੀ ਸਫਲਤਾ ਤੱਕ ਦੀ ਏਕਤਾ ਸੀ। ਉਸ ਤੋਂ ਅੱਗੇ ਉਸ ਸਮੇਂ, ਹੁਣ ਭਾਵੇਂ ਪਲਾਨ ਕਰ ਲੈਣ ਕਿ ਹੁਣ ਅੱਗੇ ਆਪਾਂ ਕੀ ਕਰਨਾ ਹੈ, ਪਰ ਉਸ ਸਮੇਂ ਜਥੇਬੰਦੀਆਂ ਦੇ ਵਿੱਚ ਇਹ ਤੈਅ ਨਹੀਂ ਹੋਇਆ ਹੁੰਦਾ ਕਿ ਜੇ ਅੰਦੋਲਨ ਜਦੋਂ ਖਤਮ ਹੋ ਗਿਆ ਉਦੋਂ ਬਾਅਦ ਆਪਾਂ ਕੀ ਕਰਾਂਗੇ, ਕਿਉਂਕਿ ਉਸ ਸਮੇਂ ਇਹ ਗੱਲਾਂ ਤੈਅ ਨਹੀਂ ਹੋਈਆਂ ਹੁੰਦੀਆਂ। ਮੇਰੀ ਸਮਝ ਮੁਤਾਬਕ ਇਹ ਅੰਦੋਲਨ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਨਹੀਂ ਖਤਮ ਹੋਇਆ, ਪਰੰਤੂ ਪਰਦੇ ਦੇ ਪਿੱਛੇ ਜ਼ਰੂਰ ਇਹ ਗੱਲ ਚੱਲ ਰਹੀ ਹੁੰਦੀ ਹੈ ਕਿ ਆਪਾਂ ਕਹੀਏ ਗੈਰ ਰਸਮੀ ਤੌਰ ਤੇ ਕਿ ਜੇ ਕੁਛ ਆਹ ਦੇ ਦਈਏ ਕੀ ਹੋਏਗਾ, ਲੇਕਿਨ ਉਹ ਗੱਲਾਂ ਦੇ ਵਿੱਚ ਕਮਿਟਮੈਂਟ ਨਹੀਂ ਦਿੱਤੀ ਹੁੰਦੀ ਵੀ ਜੇ ਤੁਸੀਂ ਐਂ ਦੇ ਤਾਂ ਅਸੀਂ ਆਹ ਕਰਾਂਗੇ, ਤੇ ਨਾ ਹੀ ਉਹ ਪੂਰਾ ਕੁਝ ਦਿੱਤਾ ਹੁੰਦਾ ਜਿਹੜਾ ਵਿਚੋਲੇ ਰਾਹੀਂ ਗੱਲ ਹੁੰਦੀ ਹੈ ਜੀ। ਸੋ ਇੰਟੈਲੀਜੈਂਸ ਰਾਹੀਂ ਸਰਕਾਰ ਕੋਲ ਜ਼ਰੂਰ ਰਿਪੋਰਟਾਂ ਹੋਣਗੀਆਂ ਕਿ ਅੰਦੋਲਨ ਦੇ ਵਿੱਚ ਕਿਤੇ ਨਾ ਕਿਤੇ ਪੂਰੀ ਤਰ੍ਹਾਂ ਸਾਰੀਆਂ ਜਥੇਬੰਦੀਆਂ ਦੇ ਵਿੱਚ ਏਕਤਾ ਨਹੀਂ, ਔਰ ਇਹ ਸੱਚ ਵੀ ਹੁੰਦਾ, ਸਾਰਿਆਂ ਵਿੱਚ ਏਕਤਾ ਬਣਾਉਣਾ ਐਡਾ ਖਾਲਾ ਜੀ ਦਾ ਬੜਾ ਨਹੀਂ ਹੁੰਦਾ ਹੈਗਾ। ਸੋ ਇਹਦੇ ਵਿੱਚ ਮੇਰੇ ਖਿਆਲ ਮੁਤਾਬਕ ਮੈਂ ਇਹ ਸੋਚਦਾ ਕਿ ਆਪਣੀ ਇੰਟੈਲੀਜੈਂਸ ਰਿਪੋਰਟਸ ਦੇ ਅਨੁਸਾਰ ਸਰਕਾਰ ਨੇ ਕਿਤੇ ਨਾ ਕਿਤੇ ਜ਼ਰੂਰ ਸੋਚਿਆ ਹੋਏਗਾ। ਕਈ ਲੋਕ ਇਹਨੂੰ ਛੜਯੰਤਰ ਵੀ ਕਹਿ ਸਕਦੇ ਨੇ, ਕਈ ਲੋਕ ਉਹਨਾਂ ਦੀ ਰਣਨੀਤੀ ਕਹਿ ਸਕਦੇ ਨੇ ਕਿ ਸਰਕਾਰ ਨੇ ਜ਼ਰੂਰ ਇਹ ਸੋਚਿਆ ਹੋਏਗਾ ਕਿ ਜੇਕਰ ਇਸ ਅੰਦੋਲਨ ਦੇ ਵਿੱਚ ਆਹ ਮੰਗਾਂ ਚੁੱਪ ਚਪੀਤੇ ਮੰਨ ਲਈਆਂ ਜਾਣ, ਬਿਨਾਂ ਦੂਜੀ ਧਿਰ ਨਾਲ, ਕਿਸਾਨੀ ਨਾਲ ਜਾਂ ਕਿਸਾਨ ਜਥੇਬੰਦੀਆਂ ਨਾਲ ਸਲਾਹ ਕੀਤੇ ਜਾਂ ਉਹਨਾਂ ਦੀ ਸਹਿਮਤੀ ਲਈ ਕਿ ਆਪਾਂ ਇੱਕ ਪਾਸੜ ਅਨਾਊਂਸ ਕਰ ਦਿੰਦੇ ਹਾਂ, ਜਿਹਦੇ ਵਿੱਚ ਇੱਕ ਤਾਂ ਨੈਰੇਟਿਵ ਇਹ ਸੈੱਟ ਹੋਏਗਾ ਕਿ ਪ੍ਰਧਾਨ ਮੰਤਰੀ ਨੇ ਬਹੁਤ ਹੀ ਵੱਡੀ ਦਿਆਨਤਦਾਰੀ ਦਿਖਾਈ ਜੀ। ਦੂਸਰਾ, ਜਿਹੜੀਆਂ ਜਥੇਬੰਦੀਆਂ ਨੇ ਉਹਨਾਂ ਦੇ ਵਿੱਚ ਆਪਣੇ ਆਪ ਕੋਈ ਘੁਸਰ ਮੁਸਰ ਹੋਏਗੀ ਕਿ ਹੁਣ ਜਦ ਗੱਲਾਂ ਹੀ ਮੰਨੀਆਂ ਗਈਆਂ ਤੇ ਆਪਾਂ ਕੀ ਕਰੀਏ, ਉਹਨੂੰ ਆਪਾਂ ਅੱਗੇ ਰੱਖੀਏ ਕਿ ਨਹੀਂ ਰੱਖੀਏ। ਨੋ ਡਾਊਟ ਇਹਦੇ ਬਾਰੇ ਮੈਂ ਕਿਤੇ ਮੈਨੂੰ ਕੋਈ ਭਰਮ ਭੁਲੇਖਾ ਨਹੀਂ, ਮੈਂ ਇਹ ਤਾਂ ਨਹੀਂ ਕਹੂੰਗਾ ਕਿ ਇਹ ਜਥੇਬੰਦੀਆਂ ਸਿਆਸਤ ਕਰ ਰਹੀਆਂ ਨੇ, ਪਰ ਕੌਣ ਜਥੇਬੰਦੀ ਨਹੀਂ ਚਾਹੂਗੀ ਕਿ ਉਹਨਾਂ ਦੇ ਅੰਦੋਲਨ ਦਾ ਸਮੇਂ ਦੀ ਸਿਆਸਤ ਤੇ ਜੀ ਉਹ ਪ੍ਰਭਾਵ ਪਵੇ ਜਿਹੜਾ ਜਥੇਬੰਦੀਆਂ ਨੂੰ ਸੂਟ ਕਰਦਾ ਹੈ, ਉਹ ਪ੍ਰਭਾਵ ਨਾ ਪਵੇ ਜਿਹੜਾ ਬੀਜੇਪੀ ਨੂੰ ਜਾਂ ਸਮੇਂ ਦੀ ਸਰਕਾਰ ਨੂੰ ਸੂਟ ਕਰਦਾ ਹੈ। ਇਹ ਤਾਂ ਹਰ ਇੱਕ ਜਥੇਬੰਦੀ ਸੋਚੇਗੀ, ਔਰ ਇਸ ਗੱਲ ਤੇ ਮੈਨੂੰ ਨਹੀਂ ਲੱਗਦਾ ਕਿ ਜਥੇਬੰਦੀਆਂ ਦੇ ਵਿੱਚ ਏਕਤਾ ਹੈ। ਜੇ ਜਥੇਬੰਦੀਆਂ ਵਿੱਚ ਏਕਤਾ ਹੋਵੇ ਫਿਰ ਤਾਂ ਇਹ ਡਿਸਾਈਡ ਕਰ ਲੈਣ ਕਿ ਅੱਗੇ ਤੋਂ ਆਪਾਂ ਧਰਨਾ ਚੱਕ ਲਈਏ ਜਾਂ ਨਾ ਚੱਕ ਲਈਏ, ਪਰ ਇਸ ਸਾਰੇ ਅੰਦੋਲਨ ਦਾ ਸਿਆਸੀ ਲਾਭ ਹੈ ਜਿਹੜਾ ਆਪਾਂ ਕਿਸੇ ਇੱਕ ਪਾਰਟੀ ਨੂੰ ਜਾਂ ਕਿਸੇ ਇੱਕ ਧਿਰ ਨੂੰ ਪਹੁੰਚਾਉਣ ਦੀ ਜਿਹੜੀ ਸਮਰੱਥਾ ਹੈ ਜਿੰਨੀ ਸਾਡੀ, ਉਹਦੇ ਯਤਨ ਕਰੀਏ। ਇਸ ਗੱਲ ਤੇ ਕਿਤੇ ਜਥੇਬੰਦੀਆਂ ਵਿੱਚ ਏਕਤਾ ਨਹੀਂ ਜੀ। ਚੋਣਾਂ ਨੇੜੇ ਆ ਗਈਆਂ, ਇਹਦੇ ਵਿੱਚ ਪਾਰਟੀਆਂ ਦੇ ਵਿੱਚ ਥੋੜ੍ਹੇ ਬਹੁਤੇ ਮਤਭੇਦ ਜ਼ਰੂਰ ਹੋਣਗੇ। ਉਹਦਾ ਕਾਰਨ ਇਹ ਕਿ ਜਿਹੜੇ ਪੰਜਾਬ ਦੇ ਲੋਕ ਨੇ ਉਹ ਪੰਜਾਬ ਦੀਆਂ ਸਿਆਸੀ ਧਿਰਾਂ ਦਾ ਪੱਖ ਪੂਰਦੇ ਹੋਣਗੇ ਜੀ, ਬਿਲਕੁਲ। ਜਿਹੜੇ ਹਰਿਆਣੇ ਦੇ ਲੋਕ ਨੇ ਉੱਥੇ ਕੋਈ ਹੋਰ ਜਥੇਬੰਦੀਆਂ ਨੇ, ਰਾਜਨੀਤਿਕ ਜਥੇਬੰਦੀਆਂ, ਚਾਹੇ ਉਹ ਬੀਜੇਪੀ ਹੋਵੇ, ਚਾਹੇ ਜੇਜੇਪੀ ਹੋਵੇ, ਚਾਹੇ ਚੌਟਾਲਿਆਂ ਦਾ ਗਰੁੱਪ ਹੋਵੇ, ਚਾਹੇ ਕਾਂਗਰਸ ਹੋਵੇ। ਜਿਹੜੇ ਯੂਪੀ ਦੇ ਲੋਕ ਨੇ ਉੱਥੇ ਵੱਖਰੀਆਂ ਸਿਆਸੀ ਧਿਰਾਂ ਨੇ, ਉਹਨਾਂ ਦੇ ਇੰਟਰਸਟ, ਉਹਨਾਂ ਦੀ ਦਿਲਚਸਪੀ ਉਹਨਾਂ ਧਿਰਾਂ ਨਾਲ ਘੱਟ ਜਾਂ ਵੱਧ ਵੱਖ-ਵੱਖ ਸਿਆਸੀ ਧਿਰਾਂ ਦੀ ਹੋ ਸਕਦੀ ਹੈ ਜੀ। ਉਸ ਕਰਕੇ ਪਰਦੇ ਦੇ ਪਿੱਛੇ ਮੈਨੂੰ ਲੱਗਦਾ ਹੈ ਉਹ ਜਥੇਬੰਦੀਆਂ ਜਿਨ੍ਹਾਂ ਦੀ ਥੋੜ੍ਹੀ ਬਹੁਤ ਐਸੋਸੀਏਸ਼ਨ ਉਹ ਪੋਲੀਟੀਕਲ ਪਾਰਟੀਆਂ ਨਾਲ ਹੈ, ਅਤੇ ਉਹ ਪੋਲੀਟੀਕਲ ਪਾਰਟੀ
ਵੱਖ-ਵੱਖ ਸਮੇਂ ਤੇ ਵੱਖ-ਵੱਖ ਪੈਂਤੜਿਆਂ ਰਾਹੀਂ ਕਿਤੇ ਸੰਯੁਕਤ ਕਿਸਾਨ ਮੋਰਚੇ ਦੀ ਸਿੱਧੀ ਅਸਿੱਧੀ ਮਦਦ ਵੀ ਕਰਦੀਆਂ ਰਹੀਆਂ ਹੋਣਗੀਆਂ। ਭਾਵੇਂ ਰਾਜਨੀਤਿਕ ਪਾਰਟੀ ਹੈ, ਸਰਕਾਰ ਇਹ ਦੋਸ਼ ਲਾਵੇ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਕਿਸਾਨ ਮੋਰਚੇ ਨੂੰ ਮਦਦ ਦਿੱਤੀ। ਮੈਂ ਇਹ ਕਹਿਣਾ ਕਿ ਜਦੋਂ ਬੰਦਾ ਫਸਿਆ ਹੁੰਦਾ ਹੈ, ਜ਼ਰੂਰੀ ਨਹੀਂ ਕਿ ਉਹ ਮਦਦ ਉਹਨਾਂ ਨੇ ਮੰਗ ਕੇ ਲਈ ਹੋਵੇ, ਕਿਉਂਕਿ ਸਿਆਸੀ ਧਿਰਾਂ ਨੂੰ ਵੀ ਸੂਟ ਕਰਦਾ। ਕਈ ਵਾਰੀ ਬਿਨਾਂ ਮੰਗੇ ਵੀ ਮਦਦ ਮਿਲ ਜਾਂਦੀ ਹੈ, ਕਈ ਵਾਰੀ ਮੰਗਣੀ ਵੀ ਪੈਂਦੀ ਹੈ। ਸੋ ਇਸ ਐਡੀ ਵੱਡੀ ਲੜਾਈ ਦੇ ਵਿੱਚ ਇਹਦੇ ਬਾਰੇ ਮੈਨੂੰ ਕਿਤੇ ਸ਼ੱਕ ਨਹੀਂ ਕਿ ਇਸ ਗੱਲ ਤੇ ਕੋਈ ਏਕਤਾ ਹੋਵੇ, ਨਹੀਂ ਹੋ ਸਕਦੀ ਕਿ ਹੁਣ ਇਸ ਤੋਂ ਬਾਅਦ ਕਿਸ ਸਿਆਸੀ ਧਿਰ ਨੂੰ ਅਸੀਂ ਫਾਇਦਾ ਪਹੁੰਚਾਉਣਾ ਹੈ। ਸੋ ਇਸ ਗੱਲ ਤੇ ਏਕਤਾ ਨਾ ਹੁੰਦੀ ਹੋਏ ਉਗਰਾਹਾਂ ਹੋਣੀ ਨੇ ਜਾਂ ਇਹੋ ਜਿਹੀ ਕੁਝ ਜਥੇਬੰਦੀਆਂ ਨੇ ਜਿਨ੍ਹਾਂ ਦਾ ਪੋਲੀਟੀਕਲ ਰਾਜਨੀਤਿਕ ਪਾਰਟੀਆਂ ਦੇ ਵਿੱਚ ਉਹਨਾਂ ਦਾ ਸਿੱਧਾ ਐਲਾਨ ਹੈ ਕਿ ਅਸੀਂ ਕਿਸੇ ਦੇ ਨਾਲ ਵੀ ਨਹੀਂ। ਸੋ ਇਸ ਸਿਚੁਏਸ਼ਨ 'ਚ ਮੈਨੂੰ ਇਹ ਲੱਗਦਾ ਵੀ ਇੱਥੇ ਮਤਭੇਦ ਜ਼ਰੂਰ ਨੇ ਔਰ ਸਰਕਾਰ ਨੇ ਇਸ ਤਰ੍ਹਾਂ ਕੀਤਾ ਵੀ ਹੈ। ਇਸ ਕਰਕੇ ਕੁਝ ਭੰਬਲ ਭੂਸਾ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਹੈ, ਆਉਣ ਵਾਲੇ ਦਿਨਾਂ 'ਚ ਛੱਟ ਜਾਏਗਾ ਇਹ ਵੀ। ਤੇ ਅੱਗੇ ਦੀ ਵਾਰ-ਵਾਰ ਧਾਲੀਵਾਲ ਸਾਹਿਬ ਆਪਾਂ ਗੱਲ ਕਰਦੇ ਹਾਂ ਕਿ ਅੱਗੇ ਦੀ ਹੁਣ ਰੂਪ ਰੇਖਾ ਕੀ ਰਹਿ ਸਕਦੀ ਹੈ ਕਿਸਾਨੀ ਅੰਦੋਲਨ ਦੀ, ਜਾਂ ਫਿਰ ਸਾਰੀਆਂ ਮੰਗਾਂ ਤੋਂ ਬਾਅਦ SKM ਆਪਣੇ ਘਰੇ ਬਹਿ ਜਾਊਗਾ? ਦੇਖੋ, ਅੱਗੇ ਦੀ ਇਹ ਹੈ ਕਿ ਜਿਸ ਕਿਸਮ ਨਾਲ ਕਾਹਲੀ ਨਾਲ ਕੱਲ੍ਹ ਵੀ ਮੀਟਿੰਗ ਹੋਈ, 1 ਤਰੀਕ ਦੀ ਮੀਟਿੰਗ ਹੈ, 4 ਦੀ ਫਿਰ ਮੀਟਿੰਗ ਹੈ, ਇਹ ਤਾਂ ਹੈਗੀਆਂ ਰਸਮੀ ਮੀਟਿੰਗਾਂ। ਇਸ ਤੋਂ ਬਿਨਾਂ ਮੈਨੂੰ ਲੱਗਦਾ ਗੈਰ ਰਸਮੀ ਤੌਰ ਤੇ ਇਹ ਮੀਟਿੰਗਾਂ ਬਹੁਤ ਜ਼ੋਰ ਨਾਲ ਚੱਲ ਰਹੀਆਂ ਹੋਣਗੀਆਂ। ਉਹਨਾਂ ਦੇ ਵਿੱਚੋਂ ਜੇ ਤਾਂ ਕੋਈ ਇਹ ਸਾਰਿਆਂ ਦਾ ਇਹ ਰੂਪ ਰੇਖਾ ਖੜੀ ਹੋ ਜਾਂਦੀ ਕਿ ਅਸੀਂ ਇਹ ਕਰਾਂਗੇ ਜੀ, ਅਸੀਂ ਆਪਦੇ ਆਪ ਇੱਕ ਪਾਰਟੀ ਬਣਾ ਲਾਂਗੇ, ਉਸ ਗੱਲ ਤੇ ਸ਼ਾਇਦ ਕੋਈ ਇਕਤਾ ਹੋ ਜਾਂਦੀ। ਜਾਂ ਜਿਹੜੀਆਂ ਆਲਰੇਡੀ ਸਿਆਸੀ ਧਿਰਾਂ ਦੇ ਵਿੱਚ CPI CPM ਦੇ ਗਰੁੱਪ ਨੇ ਉਹ ਸ਼ਾਇਦ ਵੱਖਰੇ ਹੋ ਕੇ ਕਿ ਅਸੀਂ ਤਾਂ ਆਪਦੀ ਪਾਰਟੀ ਦੀ ਸਪੋਰਟ ਕਰਾਂਗੇ, ਇੱਦਾਂ ਦੀ ਕੋਈ ਗੱਲ ਹੋ ਸਕਦੀ ਸੀ। ਪਰੰਤੂ ਇਹ ਮੈਨੂੰ ਦਿਖਾਈ ਨਹੀਂ ਦਿੰਦਾ ਕਿ ਸੰਯੁਕਤ ਮੋਰਚੇ ਵੱਲੋਂ ਜਾਂ ਪੰਜਾਬ ਦੀ ਕਿਸੇ ਇੱਕ ਧਿਰ ਵੱਲੋਂ ਕੋਈ ਇੱਕ ਪਾਰਟੀ ਬਣ ਜਾਵੇ। ਤੇ ਜੇ ਉਹ ਪਾਰਟੀ ਬਣ ਜਾਵੇ ਤਾਂ ਉਹ ਪਾਰਟੀ ਪੰਜਾਬ 'ਚ ਹੀ ਪ੍ਰਭਾਵੀ ਰਹੂਗੀ, ਉਹਦਾ ਪ੍ਰਭਾਵ ਰਹੂਗਾ। ਹਰਿਆਣੇ 'ਚੋਂ ਪਾਰਟੀ ਦਾ ਨਾਂ ਸ਼ਾਇਦ ਸੇਮ ਨਾ ਹੋਵੇ। ਜੇ ਕੋਈ ਹਰਿਆਣੇ 'ਚ ਬਣ ਜੇ ਤਾਂ ਜ਼ਰੂਰੀ ਨਹੀਂ ਵੀ ਉਹ ਸੇਮ ਹੋਵੇ। ਦੂਸਰਾ ਇਹ ਹੈ, ਬਹੁਤ ਵਾਰ ਕਈ ਵਾਰ ਹੁੰਦਾ ਨਾ, ਇੱਛਾਵਾਂ ਜ਼ਰੂਰ ਹੁੰਦੀਆਂ ਨੇ। ਆਪਾਂ ਅੰਦੋਲਨ ਦੇ ਵਿੱਚ ਦੇਖਿਆ ਹੈ, ਇਹ ਅੱਜ ਦੀ ਗੱਲ ਨਹੀਂ, ਜਦੋਂ ਤੋਂ ਵੀ ਅੰਦੋਲਨ ਚੱਲਦੇ ਨੇ ਜੀ, ਉਹ ਜਿਹੜੇ ਅੰਦੋਲਨ ਨੂੰ ਕਾਮਯਾਬ ਕਰਨ ਵਾਲੇ ਲੋਕ ਹੁੰਦੇ ਨੇ, ਬਹੁਤ ਵਾਰ ਉਹਨਾਂ ਨੂੰ ਸੱਤਾ ਤੇ ਕਾਬਜ ਨਹੀਂ ਹੋਣ ਦਿੱਤਾ ਜਾਂਦਾ। ਸੱਤਾ ਤੇ ਕੋਈ ਹੋਰ ਕਾਬਜ ਹੋ ਜਾਂਦੇ ਨੇ ਜਿਹੜੇ ਪਰਦੇ ਦੇ ਪਿੱਛੇ ਹੁੰਦੇ ਨੇ। ਤੁਸੀਂ ਮਹਾਤਮਾ ਗਾਂਧੀ ਦੀ ਐਗਜ਼ਾਮਪਲ ਲੈ ਸਕਦੇ ਹੋ, ਰਾਮ ਮਨੋਹਰ ਲੋਹੀਆ ਦੀ ਐਗਜ਼ਾਮਪਲ ਲੈ ਸਕਦੇ ਹੋ, ਤੁਸੀਂ ਅੰਨਾ ਹਜ਼ਾਰੇ ਦੀ ਐਗਜ਼ਾਮਪਲ ਲੈ ਸਕਦੇ ਹੋ। ਤੇ ਇਸ ਤਰ੍ਹਾਂ ਹੀ ਇਸ ਅੰਦੋਲਨ ਦੇ ਵਿੱਚ ਵੀ ਬਹੁਤ ਵੱਡੇ ਵੱਡੇ ਨਾਂ ਨੇ। ਜ਼ਰੂਰੀ ਨਹੀਂ ਕਿ ਸਿੱਧੇ ਰੂਪ 'ਚ ਉਹ ਸੱਤਾ ਤੇ ਕਾਮਯਾਬ ਹੋਣ ਜਾਂ ਕਾਬਜ ਹੋਣ। ਹਾਂ, ਉਹਨਾਂ ਦੀ ਹੈਸੀਅਤ ਰਹੂਗੀ। ਇਹਦਾ ਮਤਲਬ ਇਹ ਨਹੀਂ ਕਿ ਉਹਨਾਂ ਦੀ ਕੋਈ ਹੈਸੀਅਤ ਨਹੀਂ। ਹੁਣ ਕਿੰਨੀ ਹੈ, ਕੱਲ੍ਹ ਨੂੰ ਕਿੰਨੀ ਰਹੂਗੀ, ਇਹ ਵਕਤ ਦੱਸੇਗਾ। ਸੋ ਉਸ ਕਿਸਮ ਨਾਲ ਸਾਡੇ ਮੁਲਕ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਨੇ, ਸਪੈਸ਼ਲੀ ਇਸ ਖਿੱਤੇ ਵਿੱਚ ਵੀ UP ਦੀਆਂ ਪੋਲੀਟੀਕਲ ਪਾਰਟੀਆਂ ਨੇ ਜਿਹੜੀਆਂ ਉਹ ਵੱਖਰੀਆਂ ਨੇ। ਉਹਨਾਂ 'ਚ ਆਪਸੀ ਇਕਸੁਰਤਾ ਨਹੀਂ। ਜੇ ਆਪਾਂ ਸਿੱਧੇ ਰੂਪ 'ਚ ਕਿਸਾਨੀ ਦੀ ਵੀ ਗੱਲ ਕਰੀਏ, ਅਕਾਲੀ ਦਲ ਕਿਸਾਨਾਂ ਦੀ ਪਾਰਟੀ ਕਹਾਉਂਦਾ ਹੈ ਜੀ। ਜਿਹੜਾ ਲੋਕ ਦਲ ਹੈ ਹਰਿਆਣੇ ਵਾਲੇ ਦੋਵੇਂ ਹੀ, JJP ਵੀ ਤੇ ਚੌਟਾਲਿਆਂ ਵਾਲਾ ਲੋਕ ਦਲ ਵੀ, ਉਹ ਦੋਵੇਂ ਕਿਸਾਨਾਂ ਦੀ ਪਾਰਟੀ ਕਹਾਉਂਦੇ ਨੇ। ਇਸ ਤਰ੍ਹਾਂ ਹੀ ਮੁਲਾਇਮ ਸਿੰਘ ਯਾਦਵ ਤੇ ਚੌਧਰੀ ਚਰਨ ਸਿੰਘ ਦੇ ਪੋਤੇ ਵਾਲਾ ਜਿਹੜਾ ਰਾਸ਼ਟਰੀ ਲੋਕ ਦਲ, ਉਹ ਕਿਸਾਨਾਂ ਦੀ ਪਾਰਟੀ ਕਹਾਉਂਦੇ ਨੇ। ਪਰ ਸਟੇਟ ਤੋਂ ਬਾਹਰ ਉਹਨਾਂ ਦੇ ਵਿੱਚ ਵੀ ਕੋਈ ਇਕਸੁਰਤਾ ਨਹੀਂ ਹੈ ਕਿ ਵੀ ਉਹ ਇੱਕ ਪਾਰਟੀ ਨਹੀਂ। ਆਪੋ ਆਪਦੀ ਸਟੇਟ ਦੇ ਵਿੱਚ ਉਹਨਾਂ ਦਾ ਪ੍ਰਭਾਵ ਹੈ ਤੇ ਉਹਨਾਂ ਦੇ ਪੌਕਟਾਂ ਦੇ ਵਿੱਚ ਪ੍ਰਭਾਵ ਹੋਣ ਕਰਕੇ ਉਹ ਸਟੇਟ ਦੇ ਵਿੱਚ ਹੀ ਪ੍ਰਭਾਵ ਉਹਨਾਂ ਦਾ ਰਹੂਗਾ। ਜ਼ਰੂਰੀ ਨਹੀਂ ਕਿ ਜਯੰਤ ਚੌਧਰੀ ਨੂੰ ਪੰਜਾਬ ਦੇ ਲੋਕ ਲੀਡਰ ਮੰਨ ਲੈਣ, ਜ਼ਰੂਰੀ ਨਹੀਂ ਬਲਵੀਰ ਸਿੰਘ ਰਾਜੇਵਾਲ ਨੂੰ ਹਰਿਆਣਾ ਵਾਲੇ ਲੀਡਰ ਮੰਨ ਲੈਣ, ਜ਼ਰੂਰੀ ਨਹੀਂ ਝੜੂਨੀ ਨੂੰ ਹਰਿਆਣਾ ਵਾਲੇ ਆਪਦਾ ਲੀਡਰ ਮੰਨ ਲੈਣ। ਸੋ ਇਸ ਕਿਸਮ ਨਾਲ ਜਿਹੜੇ ਕਿਤੇ ਲੀਡਰਾਂ ਦੀਆਂ ਕਿਸਾਨ ਮੋਰਚੇ ਦੇ ਵਿੱਚ ਨੇ ਔਰ ਮਾੜੀਆਂ ਮੋਟੀਆਂ ਇਸ਼ਾਵਾਂ ਨੇ ਰਾਜਨੀਤਿਕ, ਉਹ ਉੱਭਰ ਕੇ ਸਾਹਮਣੇ ਆਈਆਂ ਨੇ। ਮਤਲਬ ਉਹਨਾਂ ਦੇ ਵਿੱਚੋਂ ਇਹੋ ਜਿਹੇ ਲੋਕ ਵੀ ਜਿਹੜੇ ਕਿਤੇ ਵੀ ਨਹੀਂ, ਜਿਵੇਂ ਲੱਖਾ ਸਧਾਣਾ ਹੈ, ਉਹ ਬਹੁਤ ਪਾਪੂਲਰ ਹੋ ਰਿਹਾ, ਉਹ ਵੀ ਆਪਣੀਆਂ ਸੀਟਾਂ ਦੀ ਲੈਣ ਦੇਣ ਕਰ ਰਿਹਾ। ਜਿਵੇਂ ਉਹ ਪਹਿਲਾਂ ਆਪਣਾ ਉਹ ਲੜਕਾ ਸੀ, ਕੀ ਸੀ ਸਿੱਧੂ, ਉਹਦਾ ਨਾਂ ਦੀਪ ਸਿੱਧੂ ਹੈ ਜੀ, ਹਾਂ, ਉਹ ਬਹੁਤ ਸਰਗਰਮ ਸੀ ਸਿਆਸਤ 'ਚ, ਲੇਕਿਨ ਚਲੋ ਉਹਦਾ ਕਿਤੇ ਨਾਂ ਥਾ ਹੁਣ ਆ ਨਹੀਂ ਰਿਹਾ। ਉਹ ਉਸ ਤਰ੍ਹਾਂ ਉਹਦਾ ਕੱਦ ਬਿੱਡਾ ਐਡਾ ਵੱਡਾ ਨਹੀਂ ਹੋਇਆ।
ਕਿਉਂਕਿ ਉਹ ਬੀਜੇਪੀ ਸ਼ਾਇਦ ਉਹਨੂੰ ਲੈ ਆਉਂਦੀ, ਪਰ ਬੀਜੇਪੀ ਨੂੰ ਉਹਨੂੰ ਮੂਹਰੇ ਲਿਆ ਕੇ ਸੂਟ ਨਹੀਂ ਕਰਦਾ ਹੁਣ, ਮਤਲਬ ਉਹਦੇ ਨਾਲ ਜਲੂਸ ਪੰਜਾਬ 'ਚ ਜ਼ਿਆਦਾ ਨਿਕਲੂਗਾ, ਕਿਉਂਕਿ ਫਿਰ ਤਾਂ ਸਾਬਤ ਹੋ ਜਾਏਗਾ ਨਾ ਕਿ ਇਹ ਛੜਯੰਤਰ ਸੀ। ਬਿਲਕੁਲ। ਸੋ ਇਸ ਕਰਕੇ ਨਾ ਹੀ ਉਹਨੂੰ ਸੂਟ ਕਰਦਾ ਹੋਏਗਾ ਸ਼ਾਇਦ ਇਹ। ਸੋ ਇਸ ਕਿਸਮ ਨਾਲ ਜਿਹੜਾ ਇਹ ਹੈ, ਇਹ ਹਾਲੇ ਸਮਾਂ ਲੱਗੇਗਾ। ਸਭ ਤੋਂ ਪਹਿਲਾ ਇਸ਼ੂ ਤਾਂ ਇਹ ਹੈ ਕਿ ਇਹ ਆਉਣ ਵਾਲੇ ਦਿਨਾਂ 'ਚ ਹੀ ਕੁਝ ਪਤਾ ਲੱਗੂਗਾ ਕਿ ਅੰਦੋਲਨ ਉਠਾਇਆ ਜਾਏਗਾ ਕਿ ਨਹੀਂ। ਧਾਲੀਵਾਲ ਸਾਹਿਬ, ਬੀਜੇਪੀ ਦੀ ਥਿੰਕਿੰਗ ਫਿਰ ਇਸ ਸਮੇਂ ਕੀ ਹੋ ਸਕਦੀ ਹੈ? ਬੀਜੇਪੀ ਦੀ ਥਿੰਕਿੰਗ ਇਹ ਜ਼ਰੂਰ ਹੋਏਗੀ ਕਿ ਜੇਕਰ ਅੰਦੋਲਨ ਉੱਠ ਜਾਂਦਾ ਹੈ ਤਾਂ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਇਹ ਪ੍ਰੈਸ਼ਰ ਹੀ ਨਹੀਂ ਰਹੂਗਾ ਕਿ ਇਕੱਠੇ ਰਿਹਾ ਜਾਵੇ। ਫਿਰ ਇਹ ਹੋਏਗਾ ਕਿ ਅੰਦੋਲਨ ਅਸੀਂ ਜਿੱਤ ਲਿਆ, ਅਗਲੀ ਕਾਰਵਾਈ ਅੱਗੇ ਕਰਾਂਗੇ, ਪਰ ਸਾਰੀਆਂ ਜਥੇਬੰਦੀਆਂ ਹੁਣ ਇੰਡੀਪੈਂਡੈਂਟ ਹੋਣਗੀਆਂ। ਉਹ ਆਪਦੇ ਮੁਤਾਬਕ, ਆਪਦੀ ਸੁਵਿਧਾ ਮੁਤਾਬਕ ਫੈਸਲਾ ਲੈਣ ਕਿ ਹੁਣ ਉਹਨਾਂ ਨੇ ਕਿਹੜੀ ਪਾਰਟੀ ਦੀ ਮਦਦ ਕਰਨੀ ਹੈ, ਕਿਹੜੀ ਦੀ ਨਹੀਂ ਕਰਨੀ। ਜੇਕਰ ਸੰਯੁਕਤ ਮੋਰਚਾ ਅਜੇ ਅੰਦੋਲਨ 'ਚ ਇਕੱਠਾ ਬੈਠਾ ਰਹਿੰਦਾ ਹੈ ਜੀ, ਫਿਰ ਜਿਹੜਾ ਇਹਦਾ ਨਫਾ ਨੁਕਸਾਨ ਕਿਹਨੂੰ ਹੋਏਗਾ, ਫਿਰ ਉਹਨਾਂ ਨੂੰ ਇਕੱਠੇ ਬੈਠ ਕੇ ਫੈਸਲਾ ਲੈਣਾ ਪਏਗਾ। ਇਸ ਤੋਂ ਵੀ ਅੱਗੇ ਮਤਲਬ ਇਸ ਚੀਜ਼ ਦਾ ਵੀ ਫਰਕ ਪੈਂਦਾ ਹੈ ਕਿ ਜੇਕਰ ਅੰਦੋਲਨ ਅਜੇ ਇਕੱਠਾ ਚੱਲਦਾ ਰਹਿੰਦਾ ਹੈ, ਉਸ ਦੇ ਨਾਲ ਤੁਹਾਡੇ ਸਾਹਮਣੇ ਆ ਹਰਿਆਣੇ 'ਚ, ਯੂਪੀ 'ਚ, ਪੰਜਾਬ 'ਚ ਪੂਰਾ ਖੁੱਲ੍ਹ ਕੇ ਭਾਵੇਂ ਜਿਹੜੀਆਂ ਪੇਪਰ ਵਰਕ ਸ਼ੁਰੂ ਹੋ ਗਿਆ, ਕੈਂਡੀਡੇਟ ਅਨਾਉਂਸ ਹੋ ਗਏ ਵੱਖ-ਵੱਖ ਪਾਰਟੀਆਂ ਦੇ, ਪਰ ਹਾਲੇ ਵੀ ਉਹਨਾਂ ਦੀਆਂ ਵੱਡੀਆਂ ਰੈਲੀਆਂ ਨਹੀਂ ਹੋ ਰਹੀਆਂ। ਉਹਨਾਂ ਦੇ ਵਿੱਚ ਆਮ ਪਬਲਿਕ ਦੀ ਜਿਹੜੀ ਸ਼ਮੂਲੀਅਤ ਹੈ ਉਹ ਉਸ ਪੱਧਰ ਤੇ ਨਹੀਂ ਹੋ ਰਹੀ ਜਿਸ ਪੱਧਰ ਤੇ ਇਲੈਕਸ਼ਨਾਂ ਦੇ ਦਿਨਾਂ ਦੇ ਵਿੱਚ ਉਹ ਹੋ ਜਾਂਦੀ ਹੁੰਦੀ ਹੈ। ਸੋ ਉਹਦੇ ਵਿੱਚ ਉਹ ਵੇਟ ਕਰਦੇ ਹੋਣਗੇ ਜ਼ਰੂਰ ਕਿ ਕੀ ਹੋਵੇ। ਇਹਦੇ ਵਿੱਚ ਸਭ ਤੋਂ ਵੱਡਾ ਮੁੱਦਾ ਜਿਹੜਾ ਇਹ ਹੈ ਕਿ ਇਹਦੇ ਪ੍ਰਭਾਵ ਇਹ ਨੇ ਕਿ ਮੈਂ ਜਾਤੀ ਤੌਰ ਤੇ ਸਮਝਦਾ ਕਿ ਕਿਸਾਨਾਂ ਨੇ ਇੱਕ ਵੱਡੀ ਮੰਗ ਹੈ ਜਿਹੜੀ ਉਹ ਪਿੱਛੇ ਲੈ ਗਏ। ਜੇ ਉਹ ਉਸ ਮੰਗ ਦੇ ਉੱਤੇ ਡਟੇ ਰਹਿੰਦੇ ਫਿਰ ਮੈਨੂੰ ਲੱਗਦਾ ਸੀ ਕਿ ਏਕਤਾ ਰਹਿਣ ਦੀ ਸੰਭਾਵਨਾ ਜ਼ਿਆਦਾ ਸੀ। ਇਸ ਗੱਲ ਤੋਂ ਫਿਰ ਮੈਨੂੰ ਇਹੀ ਲੱਗਦਾ ਹੈ ਕਿ ਮੇਰਾ ਖਿਆਲ ਕਿਸਾਨ ਜਥੇਬੰਦੀਆਂ ਵੀ ਇਹ ਚਾਹੁੰਦੀਆਂ ਨੇ ਕਿ ਹੁਣ ਕਿਸੇ ਤਰ੍ਹਾਂ ਇਹ ਮੋਰਚੇ ਨੂੰ ਸਮੇਟ ਕੇ ਵਾਪਸ ਆਇਆ ਜਾਵੇ। ਤੇ ਇਹ ਤੇ ਨਿਰਭਰ ਇਹ ਕਰਦਾ ਹੈ, ਇਹ ਚਾਲ ਸਰਕਾਰ ਦੀ ਵੀ ਹੈ। ਸਰਕਾਰ ਨੂੰ ਵੀ ਲੱਗਦਾ ਜੇ ਕਿਸੇ ਤਰ੍ਹਾਂ ਮੋਰਚਾ ਦੀ ਸਮਾਪਤੀ ਹੋ ਜਾਵੇ, ਸਰਕਾਰ ਵੀ ਮੈਨੂੰ ਇਹ ਲੱਗਦਾ ਹੈ ਕਿ ਜਲਦੀ ਸਟੈਪ ਲੈ ਰਹੀ ਹੈ ਕੇਸ ਵਾਪਸ ਲੈਣ ਲਈ, ਕਮੇਟੀ ਬਣਾਉਣ ਲਈ, ਕਿਸਾਨਾਂ ਤੋਂ ਨਾਂ ਮੰਗ ਲਏ। ਉਹ ਸਾਰੇ ਕਾਸੇ 'ਚ ਮੈਨੂੰ ਲੱਗਦਾ ਵੀ ਸਰਕਾਰ ਵੀ ਚਾਹੁੰਦੀ ਹੈ ਵੀ ਕਿਸੇ ਤਰ੍ਹਾਂ ਇਹਦੀ ਜਲਦੀ ਸਮਾਪਤੀ ਹੋ ਜਾਵੇ ਤਾਂ ਕਿ ਕਿਸਾਨਾਂ ਨੂੰ ਵੀ ਲੱਗੇ, ਕਿਸਾਨ ਜਥੇਬੰਦੀਆਂ ਨੂੰ ਲੱਗੇ ਕਿ ਜਿਹੜਾ ਮੇਨ ਕੰਮ ਸੀ ਉਹ ਹੋ ਗਿਆ। ਜੇਕਰ ਕੋਈ ਕਮੇਟੀ ਬਣ ਜਾਂਦੀ ਹੈ MSP ਦੇ ਉੱਪਰ ਔਰ ਉਹ ਦਿਖਾਈ ਦੇਵੇ ਕਿ ਇਹ ਕਮੇਟੀ ਪ੍ਰਭਾਵੀ ਹੋਏਗੀ, ਮੇਰਾ ਖਿਆਲ ਹੈ ਕਿਸਾਨਾਂ ਨੂੰ ਵਾਪਸ ਆਉਣ ਲਈ ਬਾਰ-ਬਾਰ ਸੋਚਣਾ ਪਊਗਾ, ਕਿਉਂਕਿ ਫਿਰ ਸਿਆਸੀ ਤੌਰ ਤੇ ਕਿਸਾਨਾਂ ਤੇ ਵੀ ਦਬਾਅ ਆਊਗਾ ਕਿ ਹੁਣ ਕੀ ਹੈ। ਪਰ ਜਿਹੜੀ ਸਭ ਤੋਂ ਵੱਡੀ ਮੰਗ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਉਹ ਇਹ ਹੈ, ਜੇ ਕਿਸਾਨਾਂ ਨੇ ਏਕਤਾ ਰੱਖਣੀ ਹੈ ਮੋਰਚੇ 'ਚ ਤਾਂ ਉਹਨਾਂ ਨੂੰ ਆਪਣੀ ਮੰਗ ਇੱਕ ਨੰਬਰ ਤੇ ਲੈ ਕੇ ਆਉਣੀ ਚਾਹੀਦੀ ਹੈ ਕਿ ਸਭ ਤੋਂ ਪਹਿਲਾਂ ਜਿਹੜੇ ਉਹ ਸਾਡੇ ਗ੍ਰਹਿ ਰਾਜ ਮੰਤਰੀ ਨੇ ਮਿਸ਼ਰਾ ਜੀ, ਕਿ ਉਹਨਾਂ ਦੀ ਬਰਖਾਸਤਗੀ ਤੇ ਉਹਨਾਂ ਦੀ ਅਰੈਸਟ ਉਹ ਤੁਰੰਤ ਹੋਵੇ। ਜੇ ਉਹ ਮੰਗ ਰੱਖਣ ਉੱਥੇ ਬੀਜੇਪੀ ਫਸੇਗੀ, ਫਿਰ ਕਿਸਾਨ ਮੋਰਚਾ ਵੀ ਇਕੱਠਾ ਰਹਿ ਸਕਦਾ ਹੈ। ਪਰ ਤੁਸੀਂ ਜ਼ਿਕਰ ਕੀਤਾ ਕਿ ਵੀ ਲੱਗਦਾ ਵੀ ਇਹ ਬਾਡੀ ਲੈਂਗੁਏਜ ਕਿਸਾਨ ਜਥੇਬੰਦੀਆਂ ਦੀ ਕਿ ਕਾਲ ਬਹੁਤ ਹੈ ਪੰਜਾਬ 'ਚ ਆਉਣ ਦੀ। ਕਾਲ ਉਹ ਇਸ ਕਰਕੇ ਹੈ ਕਿ ਮੈਨੂੰ ਇਹ ਲੱਗ ਰਿਹਾ ਹੈ ਕਿ ਜਾਤੀ ਰਾਏ ਹੈ ਮੇਰੀ ਇਹ, ਕਿ ਕਿਸਾਨਾਂ ਦੇ ਜਿਹੜੇ ਸਿਆਣੇ ਨੇਤਾ ਨੇ ਉਹਨਾਂ ਨੂੰ ਇਹ ਲੱਗ ਰਿਹਾ ਹੈ ਕਿ ਮੋਰਚਾ ਬਹੁਤ ਸੋਹਣਾ ਨਿਭ ਗਿਆ, ਬੜੀ ਸੋਹਣੀ ਬੱਲੇ ਬੱਲੇ ਹੋਈ ਹੈ ਔਰ ਬਹੁਤ ਹੀ ਲੱਗ ਰਿਹਾ ਲੋਕਾਂ ਨੂੰ ਕਿ ਇਹਨਾਂ ਨੇ ਚੰਗਾ ਕੰਮ ਕੀਤਾ ਹੈ, ਕਿ ਹੁਣ ਇਹ ਨਾ ਹੋਵੇ ਕਿ ਇਹਦੇ ਵਿੱਚੋਂ ਕੁਝ ਲੋਕ ਆਪ ਮੁਹਾਰੇ ਅਨਾਉਂਸ ਕਰ ਦੇਣ ਕਿ ਮੋਰਚਾ ਖਤਮ ਹੋ ਗਿਆ ਸੀ ਤਾਂ ਵਾਪਸ ਚੱਲਦੇ ਆ। ਇਸ ਕਰਕੇ ਇਹ ਹੈ ਵੀ ਮੈਂ ਫਿਰ ਕਹਿਣਾ ਕਿ ਜਿਹੜੇ ਵੱਡੇ ਸਮਾਗਮ ਹੁੰਦੇ ਨੇ ਨਾ, ਉਹ ਸਮਾਗਮਾਂ ਦਾ ਪ੍ਰਭਾਵ ਤਾਂ ਰਹਿੰਦਾ ਹੈ ਜੇਕਰ ਉਹਨਾਂ ਦੀ ਸਮਾਪਤੀ ਵੀ ਪ੍ਰਭਾਵੀ ਹੋਵੇ। ਬਿਲਕੁਲ। ਇਸ ਕਰਕੇ ਮੈਨੂੰ ਇਹ ਲੱਗ ਰਿਹਾ ਹੈ ਕਿ ਜਿਹੜੇ ਜ਼ਿੰਮੇਵਾਰ ਕਿਸਾਨ ਨੇਤਾ ਨੇ, ਸਾਰਿਆਂ ਦੀ ਮੈਂ ਨਹੀਂ ਗੱਲ ਕਰਦਾ, ਕੋਈ ਘੱਟ ਜ਼ਿੰਮੇਵਾਰ ਹੋਣਗੇ, ਜ਼ਿੰਮੇਵਾਰ ਕਿਸਾਨ ਨੇਤਾਵਾਂ ਦੇ ਉੱਤੇ, ਇੱਕ ਵੱਡੀ ਨੇਤਾਵਾਂ ਦੇ ਉੱਤੇ ਸਰਕਾਰ ਨੇ ਆਪ ਮੁਹਾਰੇ ਫੈਸਲਾ ਕਰਕੇ ਇੱਕ ਵੱਡੀ ਜ਼ਿੰਮੇਵਾਰੀ ਪਾਤੀ ਕਿ ਹੁਣ ਤੁਸੀਂ ਇੱਥੋਂ ਆਪਣੀ ਚਾਦਰ ਇਕੱਠੀ ਕਿਵੇਂ ਕਰਨੀ ਹੈ। ਸੋ ਉਹ ਆਪਣਾ ਜਿਹੜਾ ਸਿਸਟਮ ਹੈ ਉਹਦੇ ਵਿੱਚ ਉਹ ਦੇਖ ਰਹੇ ਨੇ ਕਿ ਇਹਨੂੰ ਕਿਵੇਂ ਮੁਕਾਇਆ ਜਾਵੇ, ਕਿਵੇਂ ਸਮੇਟਿਆ ਜਾਵੇ, ਉਸ ਗੱਲ 'ਚ ਲੱਗੇ ਹੋਏ ਨੇ। ਜੇ ਇਹ ਬਾਇਜ਼ਤ ਸਮੇਟਿਆ ਜਾਵੇ ਤਾਂ ਬਹੁਤ ਅੱਛਾ ਹੋਏਗਾ।
ਹਾਂ, ਮੈਨੂੰ ਇਹ ਲੱਗਦਾ ਵੀ ਕੋਈ ਐਦਾਂ ਦੀ ਗੱਲ ਵੀ ਇਹਦੇ ਵਿੱਚੋਂ ਨਿਕਲ ਸਕਦੀ ਹੈ ਕਿ ਜਿੰਨਾ ਚਿਰ ਸਰਕਾਰ ਇਹ ਬਾਕੀ ਦੀਆਂ ਰਹਿੰਦੀਆਂ ਮੰਗਾਂ ਨਹੀਂ ਮੰਨਦੀ, ਕਿਸਾਨ ਜਥੇਬੰਦੀਆਂ ਕੋਈ ਸਿੰਬੋਲਿਕ ਪ੍ਰਤੀਕ ਰੂਪ 'ਚ ਮੋਰਚਾ ਚੱਲਦਾ ਰੱਖ ਲੈਣ। ਇਹਦੀ ਸੰਭਾਵਨਾ ਵੀ ਮੈਨੂੰ ਲੱਗ ਰਹੀ ਹੈ ਕੁਛ ਐਦਾਂ ਵੀ ਹੋ ਸਕਦੀ ਹੈ ਕਿ ਸਿਰਫ ਪ੍ਰਤੀਕ ਰੂਪ ਦੇ ਵਿੱਚ ਸਿੰਬੋਲਿਕ ਰੱਖੇ ਕਿ 20-30 ਬੰਦੇ ਸਾਡੇ ਉਹਨਾਂ ਚਿਰ ਫਲਾਣੇ ਥਾਂ ਤੇ ਧਰਨੇ ਤੇ ਬੈਠਣਗੇ, ਇੰਨਾ ਕਿ ਬਹੁਤ ਵੱਡੀ ਗਿਣਤੀ 'ਚ ਨਹੀਂ ਹੋਏਗਾ। ਜੇ ਸਾਨੂੰ ਲੋੜ ਲੱਗੀ ਫਿਰ ਅਸੀਂ ਉਹਨੂੰ ਵਧਾ ਲਾਂਗੇ। ਨਾਲ ਮੈਨੂੰ ਇਹ ਲੱਗਦਾ ਕਿ ਆਹੀ ਜੋ ਤੁਸੀਂ ਮੋਰਚੇ ਦੀ ਗੱਲ ਕੀਤੀ ਬਿਲਕੁਲ ਸਹੀ ਕੀਤੀ ਕਿ ਪ੍ਰਤੀਕ ਹੋਊਗਾ, ਚੱਲ ਸਕਦਾ। ਮੈਨੂੰ ਲੱਗਦਾ ਕਿ ਸੂਬਿਆਂ 'ਚ ਹੋਊਗਾ, ਸੂਬਾ ਸਰਕਾਰਾਂ ਦੇ ਖਿਲਾਫ ਹੋਊਗਾ। ਹਾਂ, ਇਹ ਹੋ ਸਕਦਾ ਹੈ ਕਿਉਂਕਿ ਜਿਹੜੀ ਸਰਕਾਰ ਹੈ ਨਾ, ਸਰਕਾਰ ਮੈਂ ਜਿਹੜੀ ਤੁਹਾਨੂੰ ਬਾਰ-ਬਾਰ ਕਹਿ ਰਿਹਾ ਕਿ ਅੰਦਰ ਖਾਤੇ ਜੇ ਸਰਕਾਰ ਨੇ ਸਾਰਾ ਕੁਝ ਮੰਨਿਆ, ਕਿਤੇ ਨਾ ਕਿਤੇ ਸਹਿਮਤੀ ਤਾਂ ਲਈ ਹੋਊਗੀ ਨਾ ਵੀ ਯਾਰ ਸਾਨੂੰ ਮਾੜਾ ਮੋਟਾ ਰਾਜਨੀਤਿਕ ਫਾਇਦਾ ਤਾਂ ਇਹਦਾ ਹੋਵੇ। ਐਵੇਂ ਸਰਕਾਰਾਂ ਕਮਲੀਆਂ ਨਹੀਂ ਨਾ ਹੁੰਦੀਆਂ। ਜੇਕਰ ਉਹ ਸਟੇਟਾਂ ਦੇ ਵਿੱਚ ਬੈਠ ਜਾਂਦੇ ਨੇ ਆ ਕੇ, ਠੀਕ ਹੈ ਨਾ, ਫਿਰ ਇਹ ਹੈ ਵੀ ਯੂਪੀ 'ਚ ਯੂਪੀ ਵਾਲੀ ਜਥੇਬੰਦੀ ਦਾ ਪ੍ਰਭਾਵ ਹੋਏਗਾ, ਪੰਜਾਬ 'ਚ ਪੰਜਾਬ ਵਾਲੀ ਦਾ, ਹਰਿਆਣੇ 'ਚ ਹਰਿਆਣੇ ਵਾਲੀ ਦਾ। ਹਰਿਆਣੇ 'ਚ ਚੋਣਾਂ ਨਹੀਂ ਹੈਗੀਆਂ, ਉੱਥੇ ਕੋਈ ਬਾਲਾ ਨਹੀਂ, ਲੇਕਿਨ ਪੰਜਾਬ, ਯੂਪੀ ਤੇ ਉੱਤਰਾਖੰਡ 'ਚ ਇਹਦਾ ਪ੍ਰਭਾਵ ਜਿਹੜਾ ਦਿਖਾਈ ਦੇਣਾ ਹੈ ਉਹ ਜ਼ਰੂਰ ਅਸਰ ਪੈਣਾ ਹੈ। ਸਭ ਤੋਂ ਜ਼ਿਆਦਾ ਪ੍ਰੋਬਲਮ ਤਾਂ ਉੱਤਰਾਖੰਡ ਤੇ ਯੂਪੀ ਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਤਾਂ ਬੀਜੇਪੀ ਦਾ ਕੁਝ ਨਹੀਂ ਹੈਗਾ। ਪੰਜਾਬ ਦੇ ਵਿੱਚ ਬੀਜੇਪੀ ਨੂੰ ਆਪਣਾ ਸਾਰਾ ਕੁਝ ਪਤਾ ਹੈ ਕਿ ਸਾਡੇ ਨਾਲ ਕੀ ਹੋਣਾ ਹੈ, ਬਿਲਕੁਲ ਕਲੀਅਰ ਨੇ। ਨਾ ਉਹ ਹਾਰਨ ਜਿੱਤਣ ਦਾ ਇੱਥੇ ਕੋਈ ਬੜਾ ਫਰਕ ਪੈਂਦਾ ਹੈ। ਇੱਥੇ ਤਾਂ ਬਲਕਿ ਮੈਨੂੰ ਇਹ ਲੱਗਦਾ ਹੈ ਕਿ ਬੀਜੇਪੀ ਨੂੰ ਕਹਿਣ ਨੂੰ ਇੱਕ ਗੱਲ ਮਿਲੂਗੀ ਕਿ ਦੇਖੋ ਜੀ ਪਹਿਲਾਂ ਨਾਲੋਂ ਅਸੀਂ ਵੋਟਾਂ ਜ਼ਿਆਦਾ ਲੈ ਗਏ, ਵੱਧ ਸੀਟਾਂ ਤੇ ਲੜੇ ਹਾਂ। ਪਰੰਤੂ ਜੇ ਯੂਪੀ ਦੀ ਇਲੈਕਸ਼ਨ ਦੇ ਵਿੱਚ ਕੋਈ ਗੜਬੜ ਹੁੰਦੀ ਹੈ, ਜਿਸ ਤਰ੍ਹਾਂ ਦੇ ਮੈਨੂੰ ਨਹੀਂ ਪਤਾ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਆਨਲਾਈਨ ਸਰਵੇ ਜਾਂ ਜਿਹੜੇ ਕਰੰਟ ਸਰਵੇ ਆਏ ਨੇ, ਉਹ ਉਹਨਾਂ 'ਚੋਂ ਬਹੁਤ ਸਾਰੇ ਸਰਵੇ ਨੇ ਜਿਹੜੇ ਉਹ ਸੰਦੇਹ ਹੈ, ਉਹਨਾਂ 'ਤੇ ਸ਼ੱਕ ਹੈ ਕਿ ਉਹ ਸਾਰੀ ਮੈਨੂਪੂਲੇਸ਼ਨ ਹੈ। ਜਿਹਦੀ ਮਰਜ਼ੀ ਕੋਈ ਏਜੰਸੀ ਤੋਂ ਸਰਵੇ ਜਿੱਦਾਂ ਦਾ ਮਰਜ਼ੀ ਕਰਵਾ ਲਓ, ਜਿਵੇਂ ਆਪਾਂ ਕਹਿੰਦੇ ਹਾਂ ਨਾ ਪੰਡਤ ਤੋਂ ਪੁੱਛਾ ਲੈਣੀ ਹੈ ਕਿ ਪੈਸੇ ਦੇ ਕੇ ਜਿੱਦਾਂ ਮਰਜ਼ੀ ਠੀਕ ਕਰਾ ਲਓ। ਸਰਵੇ ਵੀ ਇੱਦਾਂ ਦੇ, ਉਹਨਾਂ 'ਤੇ ਵੀ ਇਸ ਤਰ੍ਹਾਂ ਦੇ ਸੰਦੇਹ ਹੋਏ ਨੇ ਪਿਛਲੇ ਸਮਿਆਂ 'ਚ। ਸੋ ਇਸ ਕਰਕੇ ਪਰ ਫਿਰ ਵੀ ਉਹ ਜਿਹੜੇ ਸਰਵੇ ਆ ਰਹੇ ਨੇ ਉਹਨਾਂ ਦਾ ਡੇ ਬਾਈ ਡੇ, ਦਿਨ ਬ ਦਿਨ ਜਿਹੜਾ ਉਹਨਾਂ ਦਾ ਝੁਕਾਅ ਹੈ ਉਹ ਬੀਜੇਪੀ ਦੇ ਉਲਟ ਜਾ ਰਿਹਾ ਹੈ। ਹਰ 15 ਦਿਨਾਂ ਬਾਅਦ ਜਿਹੜਾ ਸਰਵੇ ਆਉਂਦਾ ਹੈ ਉਹ 'ਚ ਦਿਖਾਇਆ ਜਾਂਦਾ ਕਿ ਪਹਿਲਾਂ ਨਾਲੋਂ ਬੀਜੇਪੀ ਦੀਆਂ ਸੀਟਾਂ ਘਟ ਰਹੀਆਂ ਨੇ। ਮੈਂ ਉੱਥੇ ਨਹੀਂ ਗਿਆ ਧਰਾਤਲ ਤੇ ਮੈਨੂੰ ਨਹੀਂ ਪਤਾ ਵੀ ਇਹ ਵਾਕਈ ਘਟ ਰਹੀਆਂ ਨੇ ਕਿ ਨਹੀਂ, ਪਰ ਅਖਬਾਰਾਂ ਤੋਂ ਅਦਰਵਾਈਜ਼ ਮੀਡੀਆ ਤੋਂ ਜ਼ਰੂਰ ਲੱਗ ਰਿਹਾ ਹੈ। ਜਾਂ ਜਿਵੇਂ ਮੀਡੀਆ 'ਚ ਪਿਛਲੇ ਦਿਨ ਆਇਆ ਕਿ ਵੱਡੇ ਨੇਤਾ ਯੂਪੀ 'ਚ ਗਏ, ਉਹਨਾਂ ਦੇ ਵੱਡੀਆਂ ਰੈਲੀਆਂ 'ਚ ਪ੍ਰਭਾਵੀ ਇਕੱਠ ਦਿਖਾਈ ਨਹੀਂ ਦਿੱਤਾ। ਉਸ ਤੋਂ ਲੱਗ ਰਿਹਾ ਹੈ ਕਿ ਬੀਜੇਪੀ ਅਜੇ ਵੀ ਸੰਕਟ 'ਚ ਹੈ। ਉਹ ਸੰਕਟ 'ਚੋਂ ਬੀਜੇਪੀ ਬਾਹਰ ਨਹੀਂ ਆਈ। ਇਸੇ ਕਰਕੇ ਬੀਜੇਪੀ ਨੂੰ ਲੱਗ ਰਿਹਾ ਹੈ ਕਿ ਫਟਾਫਟ ਇਸ ਤਰ੍ਹਾਂ ਦੇ ਬਿਆਨ ਦਿਓ ਤੇ ਨਾਲ ਹਮਲਾਵਰ ਵੀ ਰਹੋ। ਮਤਲਬ ਉਹ ਦੇਖੋ, ਮੈਂ ਫਿਰ ਕਹਿਣਾ ਕਿ ਜੇਕਰ ਪ੍ਰਧਾਨ ਮੰਤਰੀ ਜੀ ਨੇ ਮਾਫੀ ਮੰਗੀ ਹੈ ਤੇ ਆਪਾਂ ਪੁੱਛੀਏ ਜੇਕਰ ਵੀ ਮਾਫੀ ਕਾਹਦੀ ਮੰਗੀ ਹੈ। ਪ੍ਰਧਾਨ ਮੰਤਰੀ ਜੀ ਤੋਂ ਗਲਤੀ ਹੋਈ ਹੋਣੀ ਨਾ ਕੋਈ, ਉਸੇ ਗੱਲ ਦੀ ਮਾਫੀ ਮੰਗੀ ਹੈ ਨਾ। ਕਈ ਮਤਲਬ ਉਹ ਗੱਲ ਮੰਨਣ ਨੂੰ ਉਹ ਤਿਆਰ ਨਹੀਂ। ਅੱਜ ਫੇਰ ਮੈਂ ਸੁਣ ਰਿਹਾ ਸੀ ਟੀਵੀ ਤੇ ਕਿ ਉਹ ਕਹਿੰਦੇ ਜੀ ਸਾਡੇ ਕੋਲੇ ਅੰਕੜਾ ਹੀ ਨਹੀਂ ਹੈਗਾ, ਕਿਸਾਨ ਕਿੰਨੇ ਮਰੇ ਨੇ, ਕੀ ਹੈ, ਸਾਡੇ ਕੋਲੇ ਤਾਂ ਕੋਈ ਇੱਦਾਂ ਦੀ ਸੂਚਨਾ ਨਹੀਂ। ਹੁਣ ਇਹ ਸੂਚਨਾ ਕਿਹਨੇ ਰੱਖਣੀ ਸੀ? ਇਹ ਸੂਚਨਾ ਚੀਨ ਵਾਲੇ ਤਾਂ ਸਾਨੂੰ ਭੇਜਣਗੇ ਨਹੀਂ, ਜਾਂ ਪਾਕਿਸਤਾਨ ਤੋਂ ਨਹੀਂ ਆਏਗੀ, ਜਾਂ ਇਹ ਸੂਚਨਾ ਲੈਣ ਨੂੰ ਕਿੰਨੀ ਦੇਰ ਲੱਗਦੀ ਹੈ? ਤੁਸੀਂ ਮਤਲਬ ਕਿਸਾਨਾਂ ਤੋਂ ਸਾਰੀਆਂ ਖਬਰਾਂ ਲੱਗਦੀਆਂ ਰਹੀਆਂ ਨੇ, ਮਤਲਬ ਹਰ ਇੱਕ ਅਖਬਾਰ 'ਚ ਖਬਰ ਆਉਂਦੀ ਰਹੀ ਹੈ ਕਿ ਇੱਕ ਉੱਥੋਂ ਸ਼ਹੀਦ ਹੋ ਗਿਆ, ਇੱਕ ਉੱਥੋਂ ਸ਼ਹੀਦ ਹੋ ਗਿਆ। ਉੱਦਾਂ ਉਹਨਾਂ ਤੋਂ ਸੂਚਨਾ ਇਕੱਠੀਆਂ ਕਰ ਲਓ ਜੀ। ਬਿਲਕੁਲ। ਸੋ ਇਸ ਕਰਕੇ ਜਾਂ ਇਹ ਕਰੋ ਕਿ ਸਰਕਾਰ ਅਨਾਊਂਸ ਕਰ ਦੇਵੇ ਕਿ ਅਸੀਂ ਮੁਆਵਜ਼ਾ ਦੇਣ ਨੂੰ ਤਿਆਰ ਹਾਂ, ਪਰ ਅਸੀਂ ਇੱਕ ਕਮੇਟੀ ਬਣਾਈ ਹੈ, ਇਹ ਆਉਣ ਵਾਲੇ ਦਿਨਾਂ 'ਚ ਉਹਦਾ ਸੂਚਨਾ ਇਕੱਠਾ ਮਤਲਬ ਕਰ ਲੂਗੀ। ਔਰ ਜੇ ਉਹਦੇ ਵਿੱਚ ਇਹ ਹੈ, ਜੇ ਆਪਾਂ ਕਹੀਏ ਵੀ 700 750 ਹੋ ਗਏ, ਕੋਈ ਸਰਕਾਰ ਦੇ ਸੂਚਨਾ ਦਾ ਅੰਕੜਾ 20-30 ਘੱਟ ਰਹਿ ਗਿਆ, ਉਹਨਾਂ ਨੂੰ ਬਾਅਦ 'ਚ ਵੈਰੀਫਾਈ ਕੀਤਾ ਜਾ ਸਕਦਾ। ਐਡੀ ਤਾਂ ਗੱਲ ਨਹੀਂ ਨਾ ਉਹ। ਸੋ ਇਸ ਕਰਕੇ ਹਾਂ, ਇੱਕ ਗੱਲ ਮੈਂ ਜ਼ਰੂਰ ਦਿੰਦਾ ਕਿ ਸਰਕਾਰ ਨੂੰ ਕੋਈ ਇਹਦਾ ਹੱਲ ਕੱਢ ਲੈਣਾ ਚਾਹੀਦਾ ਹੈ। ਜੇ ਸਰਕਾਰ ਨੂੰ ਇਹ ਲੱਗਦਾ ਨਾ ਕਿ ਕਿਸਾਨ ਬਹੁਤ ਵੱਡਾ ਮੁਆਵਜ਼ਾ ਮੰਗ ਰਹੇ ਨੇ, ਕੋਈ ਫਾਰਮੂਲਾ ਤੈਅ ਹੋ ਸਕਦਾ ਹੈ ਕਿ ਜਿਹੜਾ ਯੋਧਾ ਸ਼ਹੀਦ ਹੋਇਆ ਉਹਦੇ ਪਰਿਵਾਰ ਦੀ ਡਿਪੈਂਡੈਂਸੀ ਕਿੱਦਾਂ ਦੀ ਹੈ, ਉਹਦੀ ਉਮਰ ਕੀ ਸੀ, ਜਾਂ ਉਹ ਪਰਿਵਾਰ ਨੂੰ ਕਿੰਨੇ ਪੈਸੇ ਕਮਾ ਕੇ ਦਿੰਦਾ ਸੀ। ਜਿਸ ਤਰ੍ਹਾਂ ਹੋਰ ਕੰਪਨਸੇਸ਼ਨ ਕੰਪਨੀਆਂ ਦਿੰਦੀਆਂ ਨੇ ਤੇ ਉਹਦੇ ਵਿੱਚ ਕੋਈ ਕੈਲਕੂਲੇਸ਼ਨ ਫਾਰਮੂਲਾ ਕੱਢ ਲੈਣ, ਕੋਈ ਹੋ ਸਕਦਾ ਇੱਦਾਂ ਦਾ। ਸੋ ਇਸ ਤਰ੍ਹਾਂ ਨਹੀਂ ਹੈਗਾ, ਪਰ ਇਹ ਹੈ ਵੀ ਜੇਕਰ ਮਾਫੀ ਮੰਗੀ ਹੈ ਪ੍ਰਧਾਨ ਮੰਤਰੀ ਨੇ, ਤਾਂ ਮੈਨੂੰ ਲੱਗਦਾ ਕਿ ਉਹਨਾਂ ਦੀ ਨੈਤਿਕ ਜ਼ਿੰਮੇਵਾਰੀ ਹੈ। ਮਾਫੀ ਇਸੇ ਗੱਲ ਦੀ ਮੰਗੀ ਹੋਏਗੀ ਕਿ ਜਿਹੜਾ ਕੰਮ ਅਸੀਂ, ਫਿਰ ਉਹ ਮੰਨ ਨਹੀਂ ਰਹੇ, ਫਿਰ ਮੁੱਠੀ ਭਰ ਕਿਸਾਨ ਵੀ ਕਹਿ ਰਹੇ ਨੇ,
ਫਿਰ ਉਹ ਕਹਿ ਰਹੇ ਨੇ ਵੀ ਕਾਨੂੰਨ ਕੋਈ ਮਾੜੇ ਨਹੀਂ, ਹਲੇ ਵੀ ਇਸ ਗੱਲ ਕਹਿ ਰਹੇ ਨੇ। ਮਤਲਬ ਸਿੱਧੀ ਇੱਕ ਗੱਲ ਕਹਿ ਕੇ ਸਰਕਾਰ ਗੱਲ ਨਹੀਂ ਮੁਕਾ ਰਹੀ ਕਿ ਅਸੀਂ ਲੋਕ ਭਾਵਨਾਵਾਂ ਦੀ ਕਦਰ ਕਰਦੇ ਹਾਂ, ਕਾਨੂੰਨਾਂ ਦਾ ਕੋਈ ਰੌਲਾ ਹੀ ਨਹੀਂ। ਜੇ ਲੋਕ ਨਹੀਂ ਚਾਹੁੰਦੇ ਅਸੀਂ ਲੋਕਾਂ ਦੀ ਗੱਲ ਮੰਨਦੇ, ਬਸ ਇੰਨੀ ਗੱਲ ਕਹਿ ਕੇ ਗੱਲ ਮੁਕਾ ਲੈਣ। ਪਰ ਇਹ ਗੱਲ ਨਹੀਂ ਕਹਿ ਰਹੇ ਉਹ। ਨੈਤਿਕ ਤੌਰ ਤੇ ਕਹਿਣਾ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਦੇਖੋ ਲੋਕਤੰਤਰ ਦੇ ਵਿੱਚ ਲੋਕ ਸਭ ਤੋਂ ਵੱਡੇ ਹੁੰਦੇ ਨੇ, ਜੇ ਲੋਕ ਨਹੀਂ ਚਾਹੁੰਦੇ ਗੱਲ ਮੁੱਕੀ ਬਸ। ਓਕੇ, ਬਿਲਕੁਲ। ਧਾਲੀਵਾਲ ਸਾਹਿਬ, ਜਿਵੇਂ ਤੁਸੀਂ ਮਾਫੀ ਦਾ ਜ਼ਿਕਰ ਕੀਤਾ, ਕਈ ਬੁੱਧੀਜੀਵੀ ਉਹ ਕਹਿੰਦੇ ਨੇ ਕਿ ਮਾਫੀ ਤਾਂ ਉਦਯੋਗਪਤੀਆਂ ਤੋਂ ਮੰਗੀ ਹੈ ਕਿ ਅਸੀਂ ਲਾਗੂ ਨਹੀਂ ਕਰ ਸਕੇ ਕਾਨੂੰਨਾਂ ਨੂੰ, ਤੇ ਦਾਇਰਾ ਦੂਜਾ ਸੀ ਜੀ। ਧਾਲੀਵਾਲ ਸਾਹਿਬ, ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਆਪਣੇ ਵਿਚਾਰ ਰੱਖਣ ਦੇ ਲਈ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਦਰਸ਼ਕੋ, ਸਾਡੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਨੇ ਕਿਸਾਨੀ ਅੰਦੋਲਨ ਤੇ ਗੱਲਬਾਤ ਕੀਤੀ, ਨਾਲ ਸਿਆਸਤ ਟੱਚ ਕੀਤੀ ਗਈ, ਕਿੱਦਾਂ ਦੇ ਪ੍ਰਭਾਵ ਰਹਿਣਗੇ, ਜਥੇਬੰਦੀਆਂ ਦੇ ਅਗਲੇ ਪ੍ਰੋਗਰਾਮ ਕੀ ਹੋ ਸਕਦੇ ਆ, ਸੂਬੇ ਦੇ ਵਿੱਚ ਮੋਰਚਾ ਲਾਉਣਗੇ ਜਾਂ ਫਿਰ ਕਿਸਾਨ ਜਥੇਬੰਦੀਆਂ ਦਾ ਜੋ ਦਿੱਲੀ ਅੰਦੋਲਨ ਚੱਲਦਾ ਉੱਥੇ ਜਾਰੀ ਰਹੂਗਾ। ਬੀਜੇਪੀ ਸਰਕਾਰ ਦੀ ਸਥਿਤੀ ਕਸੂਤੀ ਬਣੀ ਹੋਈ ਹੈ। ਇਸ ਮਾਮਲੇ ਦੇ ਵਿੱਚ ਜੋ ਅਪਡੇਟ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।